सतसंगियों आओ ਜਿਹੜੇ ਆਪ ਜੀ ਨੇ ਸਵਾਲ ਭੇਜੇ ਹਨ। ਤੋ ਉਹ ਸਵਾਲ ਜਿਹੜੇ ਨੇ ਵੱਖ-ਵੱਖ ਵਿਸ਼ਿਆਂ ਦੇ ਨੇ ਔਰ ਹਰੇਕ ਵਿਸ਼ਾ ਹੀ ਬੜਾ ਦਿਲਚਸਪ ਹੁੰਦਾ ਕਿਉਂਕਿ ਗੁਰਬਾਣੀ ਜਿਹੜੀ ਹੈ ਸਾਡੇ ਸਤਿਕਾਰਯੋਗ ਸਰ ਸੁਰਿੰਦਰ ਸਿੰਘ ਜੀ ਪ੍ਰਿੰਸੀਪਲ ਸਾਹਿਬ ਅਨੰਦਪੁਰ ਸਾਹਿਬ ਵਾਲੇ ਕਿਹਾ ਕਰਦੇ ਸਨ ਕਿ ਗੁਰਬਾਣੀ ਤਾਂ ਮਿਸ਼ਰੀ ਦੀ ਡਲੀ ਹੈ, ਜਿੱਧਰੋਂ ਮਰਜ਼ੀ ਚੱਖ ਲਓ ਤੁਹਾਨੂੰ ਸਵਾਦ ਆਏਗਾ, ਮਿਠਾਸ ਆਏਗੀ। तो इस करके जितने भी सवाल आप जी भेजते हो गुरबाणी बारे, गुर इतिहास बारे, तो सारे बड़े दिलचस्प होंगे। तो ਵੱਖ-ਵੱਖ विषयों के अज भी जोड़े आए सवाल ने, तो सब तो पहला सवाल जोड़ा है वो जोड़ा पुछने वाले पुछते हैं जी कि गुरुद्वारा साहब तो इतिहासक गुरुद्वारा साहब, क्योंकि कई आप देखते हैं भी गुरुद्वारा तो शब्द होंगे वो इतिहास नाल संबंध होंगे, तो गुरुद्वारा साहब तो ਥਾਂ ਤੇ ਸਤਿਗੁਰੂ ਦੀ ਕਿਰਪਾ ਜਿੱਥੇ ਵੀ ਗੁਰੂ ਨਾਨਕ ਨਾਮ ਲੇਵਾ ਵਸੇ ਨੇ ਉੱਥੇ ਗੁਰਦੁਆਰਾ ਸਾਹਿਬ ਤਾਂ ਜ਼ਰੂਰ ਹੁੰਦਾ। ਤੋ ਸਵਾਲਕਰਤਾ ਨੇ ਪੁੱਛਿਆ ਵੀ ਗੁਰਦੁਆਰਾ ਸਾਹਿਬ ਤੇ ਇਤਿਹਾਸਕ ਗੁਰਦੁਆਰਾ ਸਾਹਿਬ ਕਿਆ ਇਹਨਾਂ 'ਚ ਕੋਈ ਅੰਤਰ ਵੀ ਹੁੰਦਾ ਹੈ ਜਾਂ ਨਹੀਂ ਹੁੰਦਾ। ਤਾਂ ਮੈਂ ਬੇਨਤੀ ਕਰ ਰਿਹਾ ਵੀਰ ਪ੍ਰਭਕੀਰਤਨ ਸਿੰਘ ਜੀ, ਆਪ ਜੀ ਕਿਰਪਾ ਕਰੋ ਤੇ ਇਹਦੇ ਬਾਰੇ ਸਾਨੂੰ ਥੋੜਾ ਵਿਸਥਾਰ ਸਹਿਤ ਦੱਸੋ, ਗੁਰਦੁਆਰਾ ਸਾਹਿਬ ਤੇ ਇਤਿਹਾਸਕ ਗੁਰਦੁਆਰਾ ਸਾਹਿਬ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਕੀ ਫਤਿਹ ਜੀ। ਸਵਾਲ ਹੈ ਜੀ ਕਿ ਗੁਰਦੁਆਰਾ ਤੇ ਇਤਿਹਾਸਕ ਗੁਰਦੁਆਰੇ ਸਾਹਿਬ ਦੇ ਵਿੱਚ ਕੀ ਫਰਕ ਹੁੰਦਾ ਹੈ। ਗੁਰਦੁਆਰਾ ਤਾਂ ਅਸੀਂ ਸਾਰੇ ਜਾਣਦੇ ਹਾਂ ਕਿ ਸਾਡੇ ਸਭ ਸ਼ਹਿਰਾਂ ਦੇ ਵਿੱਚ, ਮੁਹੱਲਿਆਂ ਦੇ ਵਿੱਚ ਲੋਕਲ ਸੰਗਤ ਦੀਆਂ ਲੋੜਾਂ ਪੂਰੀਆਂ ਕਰਨ ਦੇ ਲਈ ਐਸਟੈਬਲਿਸ਼ ਕੀਤੇ ਜਾਂਦੇ ਹਨ। ਗੁਰਦੁਆਰਾ ਉਹ ਸਥਾਨ ਹੈ ਜਿੱਥੇ ਜਿੱਥੇ ਸਿੱਖ ਸੰਗਤ ਦੇ ਰੂਪ ਵਿੱਚ ਇਕੱਠੇ ਹੁੰਦੇ ਹਨ, ਜਿੱਥੇ ਨਾਮ ਬਾਣੀ ਦਾ ਅਭਿਆਸ ਹੁੰਦਾ ਹੈ, ਸੇਵਾ ਸਿਮਰਨ ਸਤਸੰਗ ਦਾ ਅਭਿਆਸ ਹੈ ਔਰ ਸਿੱਖ ਜਿਹੜਾ ਗੁਰਦੁਆਰੇ ਪਹੁੰਚ ਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨੀ ਲੱਗਦਾ ਹੈ, ਉਹਨਾਂ ਦੀ ਹਜ਼ੂਰੀ ਦਾ ਆਨੰਦ ਮਾਣਦਾ ਹੈ। ਵੈਸੇ ਗੁਰਦੁਆਰਾ ਸਾਹਿਬ ਦੇ ਵਿੱਚ ਉਹ ਜੋ ਕਨਸੈਪਟ ਹੈ ਸਾਡਾ, ਉਹਦੇ ਵਿੱਚ ਬਹੁਤ ਕੁਝ ਹੈ। ਉੱਥੇ ਭੁੱਖੇ ਲਈ ਲੰਗਰ ਹੈ, ਯਾਤਰੂ ਲਈ ਠਹਿਰਨ ਦੀ ਥਾਂ ਹੈ, ਬਿਮਾਰ ਦੀ ਤਿਮਾਰਦਾਰੀ ਹੈ। ਇੱਥੋਂ ਤੱਕ ਕਿ ਬਹੁਤ ਸਾਰੇ ਗੁਰਦੁਆਰਿਆਂ ਵਿੱਚ ਵਿਦਿਆ ਦਾ ਦਾਨ ਵੀ ਮਿਲਦਾ ਹੈ। ਤੇ ਸਿੱਖ ਦੇ ਜੀਵਨ ਦੇ ਵਿੱਚ ਗੁਰਦੁਆਰਾ ਸਿਰਫ ਇੱਕ ਧਾਰਮਿਕ ਜਾਂ ਆਤਮਿਕ ਤਰੱਕੀ ਦਾ ਸਾਧਨ ਹੀ ਨਹੀਂ ਹੈ, ਸਗੋਂ ਇਹ ਸਾਡੇ ਸਮਾਜ ਦੇ ਜੀਵਨ ਦਾ ਵੀ ਇੱਕ ਮਹੱਤਵਪੂਰਨ ਅੰਗ ਹੈ। ਜਾਂ ਇਉਂ ਕਹਿ ਲਈਏ ਕਿ ਗੁਰਦੁਆਰੇ ਦੇ ਵਿੱਚ ਸਿੱਖ ਦੇ ਸਮਾਜਿਕ ਜੀਵਨ ਦਾ ਇੱਕ ਧੁਰਾ ਹੈ। ਤੋ ਇਹ ਉਹ ਸਥਾਨ ਹੈ ਜਿੱਥੇ ਬਿਨਾਂ ਜਾਤ ਪਾਤ ਦੇ, ਨਸਲ ਦੇ, ਧਰਮ ਦੇ, ਕੌਮੀਅਤ ਦੇ, ਲਿੰਗ ਜਾਂ ਰੰਗ ਦੇ ਵਿਤਕਰੇ ਦੇ ਨਾਲ ਇਸ ਤੋਂ ਬਿਨਾਂ ਕੋਈ ਵੀ ਆ ਜਾ ਸਕਦਾ। ਇੱਥੇ ਇਹੋ ਜਿਹਾ ਕੋਈ ਵਿਤਕਰਾ ਨਹੀਂ ਕੀਤਾ ਜਾਂਦਾ। ਤੋ ਇੱਥੋਂ ਅਸੀਂ ਸ਼ਾਰਟ ਦੇ ਵਿੱਚ ਕਹਿ ਲਈਏ ਕਿ ਗੁਰਦੁਆਰਾ ਉਹ ਸਥਾਨ ਹੈ ਜਿੱਥੇ ਸਰੀਰਕ ਤੇ ਮਾਨਸਿਕ ਦੋਨੋਂ ਖੁਰਾਕ ਪ੍ਰਾਪਤ ਅਸੀਂ ਕਰ ਸਕਦੇ ਹਾਂ। ਤੇ ਜਿਹੜੀ ਉੱਥੇ ਮਰਿਆਦਾ ਫੋਲੋ ਕੀਤੀ ਜਾਂਦੀ ਹੈ, ਉਹਦੇ ਬਾਰੇ ਸਿੱਖ ਰਹਿਤ ਮਰਿਆਦਾ ਵਿੱਚ ਕਾਫੀ ਵਿਸਤਾਰ ਸਹਿਤ ਦਿੱਤਾ ਗਿਆ ਹੈ ਕਿ ਕੀ ਮਰਿਆਦਾ ਅਸੀਂ ਫੋਲੋ ਕਰਨੀ ਹੈ, ਕਿਵੇਂ ਉਹਨੂੰ ਆਰੰਭ ਤੋਂ ਲੈ ਕੇ ਸਵੇਰੇ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਤੋਂ ਲੈ ਕੇ ਰਾਤ ਨੂੰ ਸੁਖਾਸਨ ਤੱਕ ਪੂਰੀ ਮਰਿਆਦਾ ਸਾਨੂੰ ਦੱਸੀ ਗਈ ਹੈ ਕਿ ਕਿਹੜੇ ਕੰਮ ਅਸੀਂ ਕਰਨੇ ਹਨ, ਕਿਹੜੇ ਨਹੀਂ ਕਰਨੇ। ਤੋ ਇਹ ਤਾਂ ਉਹ ਗੁਰਦੁਆਰੇ ਦੀ ਗੱਲ ਹੈ ਜਿਹੜਾ ਸਾਡੇ ਧਾਰਮਿਕ, ਆਤਮਿਕ ਤੇ ਸਮਾਜਿਕ ਜੀਵਨ ਦਾ ਕੇਂਦਰ ਹੈ। ਇਹ ਇੱਕ ਉਹ ਜਗ੍ਹਾ ਹੈ ਜਿਸ ਤੋਂ ਬਿਨਾਂ ਸਿੱਖੀ ਜੀਵਨ ਦੀ ਕਲਪਨਾ ਨਹੀਂ ਕੀਤੀ ਜਾ ਸਕਦੀ। ਹੋਰ ਧਰਮਾਂ ਵਿੱਚ ਸ਼ਾਇਦ ਇਹ ਮੁਮਕਿਨ ਹੋਵੇ ਕਿ ਇਨਸਾਨ ਆਪਣੇ ਧਾਰਮਿਕ ਸਥਾਨ ਤੋਂ ਬਿਨਾਂ ਵੀ ਧਰਮੀ ਬਣ ਸਕੇ ਜਾਂ ਧਾਰਮਿਕ ਸਥਾਨਾਂ ਤੇ ਨਾ ਜਾ ਕੇ ਵੀ ਧਰਮੀ ਬਣਿਆ ਰਵੇ, ਉਹਦੀ ਆਤਮਿਕ ਤਰੱਕੀ ਹੋ ਜਾਵੇ। ਪਰ ਗੁਰਮਤਿ ਦੇ ਵਿੱਚ ਇਹ ਮੁਸ਼ਕਿਲ ਨਹੀਂ ਹੈ। ਇਹ ਮਤਲਬ ਬੜਾ ਮੁਸ਼ਕਿਲ ਹੈ ਕਿ ਇਹ ਐਸਾ ਹੋ ਸਕੇ। ਇਹੀ ਕਾਰਨ ਹੈ ਕਿ ਜਿੱਥੇ ਜਾ ਕੇ ਵੀ ਦੁਨੀਆ ਦੇ ਕਿਸੇ ਹਿੱਸੇ 'ਚ ਵੀ ਸਿੱਖਾਂ ਦੀ ਪੋਪੂਲੇਸ਼ਨ ਹੁੰਦੀ ਹੈ, ਤੇ ਜਦੋਂ ਕੁਝ ਕੁ ਘਰ ਬਣਦੇ ਹਨ ਤੇ ਉਹ ਗੁਰਦੁਆਰੇ ਐਸਟੈਬਲਿਸ਼ ਕਰ ਲੈਂਦੇ ਹਨ। ਤੇ ਸਾਰੀ ਦੁਨੀਆ ਦੇ ਵਿੱਚ ਸਾਨੂੰ ਇਸੇ ਕਰਕੇ ਹੀ ਛੋਟੀ ਤੋਂ ਛੋਟੀ ਥਾਂ ਦੇ ਉੱਤੇ ਵੀ ਸਾਨੂੰ ਗੁਰਦੁਆਰੇ ਮਿਲਦੇ ਹਨ। ਤੇ ਬਾਕੀ ਜਿਹੜੀ ਗੱਲ ਇਹਨਾਂ ਨੇ ਪੁੱਛੀ ਹੈ ਕਿ ਇਤਿਹਾਸਕ ਗੁਰਦੁਆਰੇ ਕਿਹੜੇ, ਤਾਂ ਪਹਿਲੀ ਤਾਂ ਕੈਟੇਗਰੀ ਇਤਿਹਾਸਕ ਗੁਰਦੁਆਰਿਆਂ ਦੀ ਉਹ ਹੈ ਜਿਹੜੇ ਸਾਡੇ ਗੁਰੂ ਸਾਹਿਬਾਨ ਵੱਲੋਂ ਸਥਾਪਿਤ ਕੀਤੇ ਗਏ ਹਨ। ਜਿਵੇਂ ਕਰਤਾਰਪੁਰ ਸਾਹਿਬ ਹੈ, ਗੋਇੰਦਵਾਲ ਸਾਹਿਬ ਹੈ, ਅੰਮ੍ਰਿਤਸਰ ਸਾਹਿਬ ਹੈ ਤੇ ਹੋਰ ਬਹੁਤ ਸਾਰੇ ਸਥਾਨ ਹਨ। ਤਕਰੀਬਨ 10-12 ਸ਼ਹਿਰ ਹੀ ਗੁਰਦੁਆਰਿਆਂ ਨੂੰ ਕੇਂਦਰ ਬਣਾ ਕੇ ਸਤਿਗੁਰੂ ਜੀ ਨੇ ਐਸਟੈਬਲਿਸ਼ ਕੀਤੇ। ਔਰ ਉਹ ਗੁਰਦੁਆਰੇ ਜਿਹੜੇ ਨੇ ਉਹ ਸਿੰਪਲੀ ਇਤਿਹਾਸਕ ਗੁਰਦੁਆਰੇ ਨਹੀਂ, ਉਹ ਪੂਰੇ ਸ਼ਹਿਰਾਂ ਦੇ ਹੀ ਕੇਂਦਰ ਬਣ ਚੁੱਕੇ ਹਨ।
ਕਿਉਂਕਿ ਸਤਿਗੁਰੂ ਜੀ ਨੇ ਜਿਹੜੀ ਸਾਨੂੰ ਟਾਊਨ ਪਲੈਨਿੰਗ ਦੀ ਜਿਹੜੀ ਉਹਨਾਂ ਦੀ ਫਿਲਾਸਫੀ ਸੀ, ਉਹਦੇ ਵਿੱਚ ਸਾਡੇ ਰਿਹਾਇਸ਼ ਦੇ ਸਥਾਨ ਦੇ ਕੇਂਦਰ ਦੇ ਵਿੱਚ ਗੁਰਦੁਆਰਾ ਸੀ, ਜਾਂ ਇਉਂ ਕਹਿ ਲਈਏ ਕਿ ਸਾਡੇ ਸਮਾਜਿਕ ਜੀਵਨ ਦੇ ਕੇਂਦਰ ਦੇ ਵਿੱਚ ਉਹਨਾਂ ਨੇ ਗੁਰਦੁਆਰਾ ਰੱਖਿਆ। ਉਸ ਤੋਂ ਬਾਅਦ ਉਹ ਸਥਾਨ ਹਨ ਜਿਨ੍ਹਾਂ ਥਾਵਾਂ ਤੇ ਗੁਰੂ ਸਾਹਿਬਾਨ ਦਾ ਨੇੜੇ ਦਾ ਸੰਬੰਧ ਰਿਹਾ, ਉਹਨਾਂ ਦੇ ਜਨਮ ਸਥਾਨ ਹਨ, ਜਿੱਥੇ ਉਹ ਰਹੇ, ਜਿਨ੍ਹਾਂ ਨੂੰ ਅਸੀਂ ਅਕਸਰ ਗੁਰੂ ਕੇ ਮਹਿਲ, ਸ਼ੀਸ਼ ਮਹਿਲ, ਇਸ ਤਰ੍ਹਾਂ ਦੇ ਸਤਿਕਾਰਤ ਨਾਵਾਂ ਦੇ ਨਾਲ ਯਾਦ ਕਰਦੇ ਹਾਂ। ਜਿੱਥੇ ਉਹ ਸਤਸੰਗ ਲਗਾਉਂਦੇ ਰਹੇ, ਕਿਉਂਕਿ ਉਹ ਆਮ ਤੌਰ ਤੇ ਮੰਜੀਆਂ ਦੇ ਉੱਤੇ ਬੈਠ ਕੇ ਸਤਸੰਗ ਲਗਾਉਂਦੇ ਸਨ, ਤਾਂ ਉਹਨਾਂ ਦਾ ਨਾਮ ਆਮ ਤੌਰ ਤੇ ਮੰਜੀ ਸਾਹਿਬ ਹੈ। ਤੇ ਜਿੱਥੇ ਜੋਤੀ ਜੋਤ ਸਮਾਏ ਜਾਂ ਸ਼ਹੀਦੀ ਸਥਾਨ ਨੇ, ਇਸੇ ਤਰ੍ਹਾਂ ਹੀ ਉਹਨਾਂ ਦੇ ਜੀਵਨ ਦੀਆਂ ਘਟਨਾਵਾਂ ਦੇ ਨਾਲ ਸੰਬੰਧਿਤ ਜੋ ਵੀ ਥਾਂ ਨੇ, ਉਹ ਵਿਸ਼ੇਸ਼ ਸਥਾਨ ਰੱਖਦੇ ਹਨ ਸਾਡੇ ਗੁਰਦੁਆਰਿਆਂ ਦੇ ਵਿੱਚ। ਤੇ ਜਿਹੜੇ ਥਾਵਾਂ ਦੇ ਉੱਤੇ ਗੁਰੂ ਸਾਹਿਬ ਆਪਣੇ ਪ੍ਰਚਾਰ ਦੌਰਿਆਂ ਦੇ ਦੌਰਾਨ ਪਧਾਰੇ, ਜਿੱਥੇ ਵੀ ਗਏ ਤੇ ਉੱਥੇ ਉਹਨਾਂ ਨੇ ਨਿਵਾਸ ਕੀਤਾ, ਸੰਗਤ ਕੀਤੀ, ਸੰਗਤ ਨੂੰ ਸਿੱਖਿਆ ਦਿੱਤੀ, ਤਾਂ ਉਹ ਸਾਰੇ ਸਥਾਨਾਂ ਦੇ ਉੱਤੇ ਗੁਰਦੁਆਰੇ ਬਣੇ ਹੋਏ ਹਨ। ਬਹੁਤ ਸਾਰੇ ਗੁਰਦੁਆਰੇ ਛੋਟੀਆਂ ਸੰਗਤਾਂ, ਵੱਡੀਆਂ ਸੰਗਤਾਂ ਜਾਂ ਮੰਜੀ ਸਾਹਿਬ ਜਾਂ ਇਸ ਕਿਸਮ ਦੇ ਨਾਵਾਂ ਨਾਲ ਮਸ਼ਹੂਰ ਹਨ, ਤੇ ਉਹਨਾਂ ਦੇ ਨਾਮ ਵੀ ਗੁਰੂ ਸਾਹਿਬਾਨ ਦੇ ਨਾਵਾਂ ਦੇ ਨਾਲ ਸੰਬੰਧਿਤ ਮਿਲਦੇ ਹਨ। ਕਈ ਵਾਰੀ ਤਾਂ ਨਾਵਾਂ ਦੇ ਵਿੱਚ ਗੁਰੂ ਸਾਹਿਬ ਦਾ ਨਾਮ ਨਹੀਂ ਹੁੰਦਾ, ਪਰ ਸਾਨੂੰ ਪਤਾ ਲੱਗ ਜਾਂਦਾ ਹੈ। ਜਿਵੇਂ ਪੂਰਬ ਦੇ ਇਲਾਕੇ ਦੇ ਵਿੱਚ ਬੜੀ ਸੰਗਤ ਦਾ ਮਤਲਬ ਹੈ ਕਿ ਉੱਥੇ ਵੱਡੇ ਸਤਿਗੁਰੂ ਜੀ, ਉਹਨਾਂ ਦੀ ਭਾਸ਼ਾ ਦੇ ਵਿੱਚ ਵੱਡੇ ਸਤਿਗੁਰੂ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਆਏ, ਤੇ ਛੋਟੀ ਸੰਗਤ ਉਹਨਾਂ ਥਾਵਾਂ ਨੂੰ ਕਿਹਾ ਜਾਂਦਾ ਹੈ ਜਿੱਥੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਦੌਰੇ ਕੀਤੇ। ਤਾਂ ਇਹ ਪੂਰੇ ਭਾਰਤ ਦੇ ਵਿੱਚ ਗੁਰੂ ਸਾਹਿਬਾਨ ਦੀਆਂ ਵਿਜ਼ਿਟਸ ਦੇ ਨਾਲ ਜਿਹੜੀਆਂ ਯਾਦਗਾਰਾਂ ਬਣੀਆਂ ਹੋਈਆਂ ਹਨ। ਬਹੁਤ ਸਾਰੇ ਛੋਟੇ ਪਿੰਡਾਂ, ਛੋਟੇ ਸ਼ਹਿਰਾਂ ਦੇ ਵਿੱਚ ਸਾਨੂੰ ਆਪ ਨੂੰ ਉਹਨਾਂ ਥਾਵਾਂ ਦੇ ਬਾਰੇ ਬਹੁਤ ਜ਼ਿਆਦਾ ਇਲਮ ਨਹੀਂ ਹੈ, ਤੇ ਜਦੋਂ ਕਦੀ ਪਤਾ ਲੱਗਦਾ ਹੈ, ਜਾਓ, ਤੇ ਫਿਰ ਹੈਰਾਨੀ ਹੁੰਦੀ ਹੈ ਕਿ ਇੰਨੀ ਇੰਪੋਰਟੈਂਟ ਜਗ੍ਹਾ ਇਤਿਹਾਸਕ ਸਾਡੇ ਵਾਸਤੇ ਹੈ, ਤੇ ਸਾਡੀ ਸੰਗਤ ਇੱਥੇ ਬਹੁਤ ਘੱਟ ਆਉਂਦੀ ਹੈ। ਬਹੁਤ ਸਾਰੇ ਸਥਾਨ ਹਨ ਜਿਨ੍ਹਾਂ ਨੂੰ ਸਾਨੂੰ ਉਨੀ ਹੀ ਇੰਪੋਰਟੈਂਸ ਦੇਣ ਦੀ ਲੋੜ ਹੈ, ਔਰ ਜਿਨ੍ਹਾਂ ਦੇ ਵਿੱਚ ਸਾਨੂੰ ਯਾਤਰਾਵਾਂ ਕਰਨ ਦੀ ਲੋੜ ਹੈ। ਅਸੀਂ ਕੇਵਲ ਕੁਝ ਕੁ ਥਾਵਾਂ ਨੂੰ ਹੀ ਇੱਕ ਕਿਸਮ ਨਾਲ, ਜਿਵੇਂ ਪੁਰਾਤਨ ਸਨਾਤਨ ਸਭਿਅਤਾ ਦੇ ਵਿੱਚ ਤੀਰਥ ਮੰਨੇ ਗਏ ਸਨ ਜੀ, ਉਹ ਸਟੇਟਸ ਦੇ ਦਿੱਤਾ ਹੈ। ਪਰ ਸਾਡੇ ਲਈ ਸਾਰੇ ਸਥਾਨ ਇਕੁਅਲੀ ਇੰਪੋਰਟੈਂਟ ਹਨ, ਔਰ ਸਾਨੂੰ ਇਹਨਾਂ ਸਥਾਨਾਂ ਦੀ ਵੀ ਯਾਤਰਾ ਕਰਨੀ ਚਾਹੀਦੀ ਹੈ। ਫਿਰ ਕੁਝ ਥਾਵਾਂ ਇਹੋ ਜਿਹੀਆਂ ਹਨ ਜਿੱਥੇ ਸਿੱਖ ਇਤਿਹਾਸ ਨਾਲ ਸੰਬੰਧਿਤ ਗੁਰੂ ਕਾਲ ਤੋਂ ਬਾਅਦ ਦੀਆਂ ਵੱਡੀਆਂ ਘਟਨਾਵਾਂ ਹੋਈਆਂ, ਜਿਵੇਂ ਜਿੱਥੇ ਛੋਟਾ ਘੱਲੂਘਾਰਾ ਹੋਇਆ, ਵੱਡਾ ਘੱਲੂਘਾਰਾ ਹੋਇਆ, ਹੋਰ ਜਿੱਥੇ ਜੰਗ ਹੋਏ। ਅਸੀਂ ਮੋਹਾਲੀ ਦੇ ਵਿੱਚ ਰਹਿੰਦੇ ਹਾਂ, ਇਸ ਇਲਾਕੇ ਦੇ ਵਿੱਚ ਹੀ ਤਿੰਨ ਚਾਰ ਇੱਥੇ ਗੁਰਦੁਆਰੇ ਹਨ, ਸ਼ਾਇਦ ਇਸ ਤੋਂ ਵੀ ਜ਼ਿਆਦਾ ਹੋਣਗੇ ਆਲੇ ਦੁਆਲੇ ਦੇ ਪਿੰਡਾਂ ਦੇ ਜੇ ਮਿਲਾ ਲਈਏ, ਜਿੱਥੇ ਛੋਟੇ ਯੁੱਧ ਹੋਏ ਬਾਬਾ ਬੰਦਾ ਸਿੰਘ ਬਹਾਦਰ ਦੇ ਸਮੇਂ ਵਿੱਚ ਜਾਂ ਉਸ ਤੋਂ ਬਾਅਦ, ਤੇ ਜਿੱਥੇ ਬਹੁਤ ਸਾਰੇ ਸਿੰਘਾਂ ਨੇ ਸ਼ਹੀਦੀਆਂ ਪ੍ਰਾਪਤ ਕੀਤੀਆਂ, ਤੇ ਸਾਡੇ ਇਲਾਕੇ 'ਚ ਉਹਨਾਂ ਨੂੰ ਗੁਰਦੁਆਰਾ ਸਿੰਘ ਸ਼ਹੀਦਾਂ ਕਿਹਾ ਜਾਂਦਾ ਹੈ। ਤੋ ਇਸ ਤਰੀਕੇ ਨਾਲ ਪੂਰੇ ਪੰਜਾਬ ਦੇ ਵਿੱਚ ਛੋਟੇ ਸਥਾਨ ਸਾਡੇ ਉਹੋ ਜਿਹੀਆਂ ਘਟਨਾਵਾਂ ਦੇ ਨਾਲ ਸੰਬੰਧਿਤ ਹਨ ਜਿਨ੍ਹਾਂ ਤੇ ਸਾਨੂੰ ਜੈਨੂਇਨਲੀ ਬਹੁਤ ਮਾਣ ਹੋਣਾ ਚਾਹੀਦਾ, ਉਹ ਵੀ ਸਾਡੇ ਇਤਿਹਾਸਕ ਗੁਰਦੁਆਰੇ। ਇਸ ਤੋਂ ਬਾਅਦ ਭਗਤ ਸਾਹਿਬਾਨ ਦੇ ਜੀਵਨ ਨਾਲ ਸੰਬੰਧਿਤ ਵੀ ਬਹੁਤ ਸਾਰੀਆਂ ਥਾਵਾਂ ਤੇ ਗੁਰਦੁਆਰੇ ਉਸਾਰੇ ਗਏ ਹਨ, ਔਰ ਉੱਥੇ ਸੰਗਤਾਂ ਵੱਡੀ ਗਿਣਤੀ ਦੇ ਵਿੱਚ ਇਕੱਠੀਆਂ ਵੀ ਹੁੰਦੀਆਂ ਹਨ। ਜਿਵੇਂ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਜਿੱਥੇ ਭਗਤ ਨਾਮਦੇਵ ਜੀ ਨੇ ਆਪਣੀ ਜ਼ਿੰਦਗੀ ਦੇ ਆਖਰੀ ਸਾਲ ਗੁਜ਼ਾਰੇ, ਜਾਂ ਵਾਰਾਣਸੀ ਦੇ ਵਿੱਚ ਕਬੀਰ ਜੀ ਦਾ ਹੈ ਤੇ ਰਵਿਦਾਸ ਜੀ ਦੇ ਸਥਾਨ ਹਨ, ਜਾਂ ਕਬੀਰ ਜੀ ਜਿੱਥੋਂ ਉੱਠ ਕੇ ਮਗਹਰ ਦੇ ਵਿੱਚ ਗਏ, ਉੱਥੇ ਵੀ ਗੁਰਦੁਆਰਾ ਸਾਹਿਬ ਸਥਾਪਿਤ ਹੈ। ਇਹ ਵੀ ਸਾਡੇ ਬਹੁਤ ਇੰਪੋਰਟੈਂਟ ਸਥਾਨ ਹਨ ਜਿਨ੍ਹਾਂ ਦੇ ਨਾਲ ਸਾਨੂੰ ਪਿਆਰ ਹੋਣਾ ਚਾਹੀਦਾ ਹੈ। ਤੋ ਬਹੁਤ ਸਾਰੀਆਂ ਇਤਿਹਾਸਕ ਵਿਅਕਤੀਆਂ ਦੇ ਸ਼ਹੀਦੀ ਸਥਾਨ, ਜਿਵੇਂ ਪਾਕਿਸਤਾਨ ਦੇ ਵਿੱਚ ਹੁਣ ਭਾਈ ਤਾਰੂ ਸਿੰਘ ਜੀ ਦਾ ਸ਼ਹੀਦੀ ਸਥਾਨ ਹੈ, ਜਾਂ ਉਹ ਜੇਲ੍ਹਾਂ ਜਿਨ੍ਹਾਂ ਦੇ ਵਿੱਚ ਕੈਦਾਂ ਕੱਟੀਆਂ ਸਿੰਘਣੀਆਂ ਨੇ ਛੋਟੇ ਬੱਚਿਆਂ ਦੇ ਨਾਲ ਮਨੂ ਦੇ ਸਮੇਂ ਦੇ ਉੱਤੇ, ਜਾਂ 20ਵੀਂ ਸਦੀ ਦੇ ਵਿੱਚ ਬਹੁਤ ਸਾਰੇ ਸਥਾਨ ਹਨ ਜਿੱਥੇ ਸਿੰਘਾਂ ਨੇ ਬੜੀ ਬਹਾਦਰੀ ਦੇ ਨਾਲ ਸ਼ਾਂਤਮਈ ਸਟਰਗਲ ਕਰਦਿਆਂ ਹੋਇਆਂ ਕੁਰਬਾਨੀਆਂ ਕੀਤੀਆਂ, ਉੱਥੇ ਵੀ ਉਹਨਾਂ ਦੀ ਯਾਦਾਂ ਦੇ ਵਿੱਚ ਗੁਰਦੁਆਰੇ ਬਣੇ ਹੋਏ ਹਨ। ਇਹ ਸਾਰੇ ਸਾਡੇ ਇਤਿਹਾਸਕ ਗੁਰਦੁਆਰਿਆਂ ਦਾ ਦਰਜਾ ਰੱਖਦੇ ਹਨ। ਇਹ ਠੀਕ ਹੈ ਕਿ ਜਿਹੜੇ ਗੁਰਦੁਆਰੇ ਗੁਰੂ ਸਾਹਿਬ ਨੇ ਆਪ ਐਸਟੈਬਲਿਸ਼ ਕੀਤੇ, ਬਣਾਏ, ਔਰ ਜਿਨ੍ਹਾਂ ਥਾਵਾਂ ਤੇ ਉਹ ਆਪ ਵਿਚਰੇ, ਔਰ ਵੱਡੀਆਂ ਘਟਨਾਵਾਂ ਜਿਹੜੀਆਂ ਨੇ ਉਹ ਵਾਪਰੀਆਂ, ਉਹਨਾਂ ਦੀ ਇੰਪੋਰਟੈਂਸ ਤਾਂ ਇੱਕ ਵਿਲੱਖਣ ਹਮੇਸ਼ਾ ਸਾਡੇ ਲਈ ਰਹੇਗੀ। ਪਰ ਇਸ ਦੇ ਬਾਵਜੂਦ ਇਤਿਹਾਸਕ ਗੁਰਦੁਆਰੇ ਅਗਰ ਅਸੀਂ ਕਹੀਏ ਤਾਂ ਬਹੁਤ ਸਾਰੇ ਹਨ। ਇਹ ਸਿੱਖਾਂ ਨੂੰ ਉਹਨਾਂ ਦੀ ਸੰਭਾਲ ਦੇ ਲਈ ਪਹਿਲਾ ਕੰਮ ਤਾਂ ਇਹ ਕਰਨ ਦੀ ਲੋੜ ਹੈ ਕਿ ਅਸੀਂ ਇਤਿਹਾਸਕ ਗੁਰਦੁਆਰਿਆਂ ਦੇ ਵਿੱਚ ਸਭ ਤੋਂ ਪਹਿਲੇ ਜਾਣਾ ਸ਼ੁਰੂ ਕਰੀਏ, ਕਿਉਂਕਿ ਜਦੋਂ ਤੱਕ ਅਸੀਂ ਜਾਵਾਂਗੇ ਨਹੀਂ, ਉਹ ਗੁਰਦੁਆਰੇ ਕਦੀ ਸੰਭਾਲੇ ਨਹੀਂ ਜਾਣਗੇ।
ਜਿਹੜਾ ਸਾਡੇ ਵਿੱਚ ਚਲਨ ਹੋ ਗਿਆ ਹੈ, ਕੁਝ ਕੁ ਗਿਣਤੀ ਦੇ ਗੁਰਦੁਆਰਿਆਂ ਨੂੰ ਹੀ ਪਵਿੱਤਰ ਮੰਨ ਕੇ ਉੱਥੋਂ ਦੀਆਂ ਯਾਤਰਾਵਾਂ ਕੀਤੀਆਂ ਜਾਂਦੀਆਂ ਹਨ। ਕਈ ਤਾਂ ਇਤਿਹਾਸਕ ਛੱਡ ਕੇ ਮਿਥਿਹਾਸਕ ਹੀ ਹਨ, ਉੱਥੇ ਵੀ ਜਾਇਆ ਜਾਂਦਾ ਹੈ। ਪਰ ਸਾਨੂੰ ਜਿਹੜੇ ਇਤਿਹਾਸਕ ਸਥਾਨ ਹਨ, ਉਹਨਾਂ ਵੱਲ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ, ਕਿਉਂਕਿ ਸਾਡਾ ਇਤਿਹਾਸ ਉਦੋਂ ਤੱਕ ਹੀ ਜੀਵਿਤ ਰਹੇਗਾ, ਜਦੋਂ ਤੱਕ ਅਸੀਂ ਇਤਿਹਾਸਕ ਗੁਰਦੁਆਰਿਆਂ ਦੀ ਸੰਭਾਲ ਕਰਾਂਗੇ। ਆਸ ਹੈ ਵੀਰ ਜੀ ਨੂੰ ਜੋ ਉਹਨਾਂ ਦਾ ਪ੍ਰਸ਼ਨ ਸੀ ਜਵਾਬ ਮਿਲ ਗਿਆ ਹੋਏਗਾ। ਹੋਈਆਂ ਭੁੱਲਾਂ ਦੀ ਖਿਮਾ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਵਾਹਿਗੁਰੂ ਜੀ ਕੀ ਫਤਿਹ। ਇਤਿਹਾਸਕ ਸਥਾਨਾਂ ਦਾ ਵਿਸ਼ੇਸ਼ ਸਥਾਨ ਹੈ। ਵੀਰ ਜੀ ਨੇ ਬਹੁਤ ਵਿਸਥਾਰ ਸਹਿਤ ਕੇਵਲ ਸਵਾਲ ਦਾ ਉੱਤਰ ਨਹੀਂ ਦਿੱਤਾ, ਪਰੰਤੂ ਗੁਰਦੁਆਰਾ ਸਾਹਿਬਾਨ ਔਰ ਖਾਸ ਕਰਕੇ ਇਤਿਹਾਸਕ ਗੁਰਦੁਆਰਾ ਸਾਹਿਬਾਨ ਬਾਰੇ ਸਾਨੂੰ ਕਾਫੀ ਜਾਣਕਾਰੀ ਦਿੱਤੀ ਹੈ। ਔਰ ਜਿਸ ਤਰ੍ਹਾਂ ਉਹਨਾਂ ਨੇ ਕਿਹਾ ਕਿ ਸਾਨੂੰ ਜਾਣਾ ਚਾਹੀਦਾ ਹੈ, ਕਿਉਂਕਿ ਇਹ ਸਾਡੇ ਸਾਹਮਣੇ ਜਿਉਂਦਾ ਜਾਗਦਾ ਇਤਿਹਾਸ ਹੈ। ਤੋ ਕਹਿੰਦੇ ਨੇ ਸੁਣਨ ਦੇ ਨਾਲ, ਦੇਖਣ ਨਾਲ ਤੇ ਪੜ੍ਹਨ ਨਾਲ। ਤੋ ਪੜ੍ਹਨ ਵਾਲੀ ਗੱਲ ਜਿਹੜੀ ਹੈ ਉਹ ਕਈ ਵਾਰੀ ਬੰਦਾ ਜਲਦੀ ਵਿਸਰ ਜਾਂਦੀ ਜਾਂ ਪੂਰੀ ਨਹੀਂ ਹੁੰਦੀ, ਤੇ ਜਿਹੜੀ ਆਪਾਂ ਗੱਲ ਸੁਣ ਲਈਏ ਉਹ ਕਾਫੀ ਯਾਦ ਰਹਿੰਦੀ, ਪਰ ਜਿਹੜੀ ਚੀਜ਼ ਦੇਖ ਲਈਏ ਉਹਦੀ ਮਨ ਵਿੱਚ ਛਾਪ ਬੈਠ ਜਾਂਦੀ ਹੈ। ਤੋ ਬਿਲਕੁਲ ਦਰੁਸਤ ਕਿਹਾ ਕਿ ਸਾਨੂੰ ਇਤਿਹਾਸਕ ਗੁਰਦੁਆਰਾ ਸਾਹਿਬਾਨ ਜਿਹੜੇ ਨੇ ਉਹਨਾਂ ਨੂੰ ਦਰਸ਼ਨ ਕਰਨੇ ਚਾਹੀਦੇ ਨੇ ਔਰ ਉਹਨਾਂ ਦੀ ਸੇਵਾ ਸੰਭਾਲ ਜਿਹੜੀ ਉਹ ਕਰਨੀ ਚਾਹੀਦੀ ਹੈ। ਇਹਦੇ ਨਾਲ ਹੀ ਸਿੱਖ ਪੰਥ ਜਿਹੜਾ ਹੈ ਉਹ ਇਹਨਾਂ ਇਤਿਹਾਸਕ ਅਸਥਾਨਾਂ ਦੇ ਰਾਹੀਂ ਆਪਣੇ ਇਤਿਹਾਸ ਨਾਲ ਜੁੜਿਆ ਰਹੇਗਾ, ਗੁਰਬਾਣੀ ਨਾਲ ਜੁੜਿਆ ਰਹੇਗਾ। ਬਾਕੀ ਜਿੱਥੇ ਵੀ ਗੁਰਦੁਆਰਾ ਸਾਹਿਬਾਨ ਹੈ ਉੱਥੇ ਜਿਸ ਤਰ੍ਹਾਂ ਵੀਰ ਜੀ ਨੇ ਦੱਸਿਆ ਵੀ ਇਹ ਮਲਟੀ ਟਾਸਕ, ਉੱਥੇ ਮਲਟੀਪਰਪਜ਼ ਸਾਡੇ ਜਿਹੜੇ ਪ੍ਰੋਜੈਕਟਸ ਚੱਲਦੇ ਨੇ ਔਰ ਚੱਲਣੇ ਚਾਹੀਦੇ ਨੇ ਹਰ ਗੁਰਦੁਆਰਾ ਸਾਹਿਬ ਵਿੱਚ। ਔਰ ਇਹਨਾਂ ਗੁਰਦੁਆਰਾ ਸਾਹਿਬਾਨ ਕਰਕੇ ਹੀ ਅਸੀਂ ਦੇਖਦੇ ਹਾਂ ਕਿ ਅੱਜ ਵਰਲਡ ਵਾਈਡ ਦੇਸ਼ ਦੇ ਕਿਸੇ ਵੀ ਸੰਸਾਰ ਦੇ ਕਿਸੇ ਵੀ ਆਪਾਂ ਕੋਨੇ ਚਲੇ ਜਾਂਦੇ ਹਾਂ, ਜਿੱਥੇ ਥੋੜੀ ਜਿਹੀ ਵਸੋਂ ਸਿੱਖਾਂ ਦੀ ਹੈਗੀ ਹੈ, ਉੱਥੇ ਵੀ ਗੁਰਦੁਆਰਾ ਸਾਹਿਬ ਜਿਹੜਾ ਉਹ ਤਾਮੀਰ ਹੋਇਆ। ਔਰ ਇਹਦੇ ਗੁਰਦੁਆਰਾ ਸਾਹਿਬ ਇੱਕ ਐਸੀ ਇੰਸਟੀਟਿਊਸ਼ਨ ਹੈ ਜਿਹੜੀ ਸਾਨੂੰ ਗੁਰਬਾਣੀ ਦੇ ਨਾਲ ਔਰ ਗੁਰੂ ਸਾਹਿਬਾਨ ਦੇ ਨਾਲ ਸਾਨੂੰ ਜੋੜੀ ਰੱਖਦੀ ਹੈ ਔਰ ਇਸ ਪਰਮਾਰਥ ਦੇ ਰਸਤੇ ਤੇ ਸਾਨੂੰ ਚੱਲਣ ਦੀ ਹਰ ਵੇਲੇ ਹਰ ਰੋਜ਼ ਪ੍ਰੇਰਨਾ ਮਿਲਦੀ ਹੈ। ਹਾਂ, ਇੱਕ ਗੱਲ ਜ਼ਰੂਰ ਹੈ ਕਿ ਹੁਣ ਜਿਹੜੀ ਨਵੀਂ ਪੀੜ੍ਹੀ ਯੰਗ ਜਨਰੇਸ਼ਨ ਹੈ, ਗੁਰਦੁਆਰਾ ਸਾਹਿਬਾਨ ਵਿੱਚ ਉਹਨਾਂ ਦੀ ਗਿਣਤੀ ਘੱਟ ਹੈ। ਉਹਦੇ ਲਈ ਕੀ ਕਰੀਏ? ਮੈਂ ਤਾਂ ਸਮਝਣਾ ਵੀ ਇਹ ਹਰੇਕ ਸਿੱਖ ਨੂੰ ਉਪਰਾਲਾ ਕਰਨਾ ਚਾਹੀਦਾ ਕਿ ਅਸੀਂ ਆਪਣੇ ਬੱਚਿਆਂ ਨੂੰ ਜ਼ਰੂਰ ਆਖੀਏ ਵੀ ਤੁਸੀਂ ਗੁਰਦੁਆਰਾ ਸਾਹਿਬਾਨ ਜਾਓ, ਕਿਉਂਕਿ ਗੁਰਦੁਆਰਾ ਸਾਹਿਬਾਨ ਜਾਣ ਦੇ ਨਾਲ ਜਿਹੜਾ ਉੱਥੇ ਦਾ ਐਟਮੋਸਫੀਅਰ ਹੈ ਉਹ ਸਾਡੇ ਮਨ ਤੇ ਜਿਹੜਾ ਪ੍ਰਭਾਵ ਪਾ ਸਕਦਾ ਹੈ, ਉਹ ਘਰ 'ਚ ਬੈਠ ਕੇ ਗੱਲਾਂ ਕਰਕੇ ਸ਼ਾਇਦ ਉਹ ਨਾ ਹੋ ਸਕਦਾ ਹੋਵੇ। ਤੋ ਆਓ ਸਤਸੰਗੀਓ, ਲੋੜ ਹੈ ਕਿ ਆਪਾਂ ਆਉਣ ਵਾਲੀ ਜਨਰੇਸ਼ਨ ਨੂੰ ਗੁਰਦੁਆਰਾ ਸਾਹਿਬਾਨ ਬਾਰੇ ਜਾਣੂ ਕਰਾਈਏ। ਜਿਵੇਂ ਅੱਜ ਗੱਲ ਆਈ ਇਤਿਹਾਸਿਕ ਗੁਰਦੁਆਰਾ ਸਾਹਿਬਾਨ ਦੀ ਮਹੱਤਤਾ ਦੱਸੀਏ, ਔਰ ਜਿਹੜਾ ਵੀ ਸਾਡੇ ਗਲੀ ਮੁਹੱਲੇ ਨਗਰ ਵਿੱਚ ਗੁਰਦੁਆਰਾ ਸਾਹਿਬਾਨ ਨੇ ਉੱਥੇ ਆਪਣੇ ਬੱਚਿਆਂ ਨੂੰ ਜਾਣ ਦੀ ਆਦਤ ਪਾਈਏ, ਇਹ ਬੇਨਤੀ ਹੈ। ਤੋ ਫਿਰ ਇੱਕ ਵਾਰੀ ਫੇਰ ਮੈਂ ਵੀਰ ਜੀ ਦਾ ਧੰਨਵਾਦ ਕਰਦਾ।